रूबी ਆਪਣੀਆਂ ਅੱਖਾਂ ਹਨੀ ਨਾਲ ਮਿਲਾ ਨਹੀਂ ਪਾ ਰਹੀ ਸੀ। ਹਨੀ ਨੇ ਫਿਰ ਰੂਬੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਹਨੀ ਦੇ ਹੱਥ ਰੂਬੀ ਦੇ ਅੰਦਰੂਨੀ ਕੱਪੜੇ ਦੀ ਹੁੱਕ ਖੋਲਣ ਲੱਗੇ ਤੇ ਛੇਤੀ ਹੀ ਹਨੀ ਨੇ ਰੂਬੀ ਦੇ ਅੰਦਰੂਨੀ ਕੱਪੜੇ ਨੂੰ ਉਤਾਰ ਕੇ ਇੱਕ ਸਾਈਡ ਤੇ ਰੱਖ ਦਿੱਤਾ। ਰੂਬੀ ਦਾ ਸਰੀਰ ਅੱਗ ਵਾਂਗ ਸੇਕ ਮਾਰ ਰਿਹਾ ਸੀ। ਹਨੀ ਦੇ ਹੱਥਾਂ ਨੇ ਰੂਬੀ ਦੇ ਅੰਗਾਂ ਨੂੰ ਆਪਣੇ ਹੱਥਾਂ ਵਿੱਚ ਭਰ ਲਿਆ ਤੇ ਹਨੀ ਦੇ ਬੁੱਲ ਰੂਬੀ ਦੇ ਰੋਮ ਰੋਮ ਨੂੰ ਟੱਚ ਕਰਨ ਲੱਗੇ। ਹਨੀ ਦੇ ਹੱਥਾਂ ਨੂੰ ਰੂਬੀ ਦੇ ਅੰਗਾਂ ਦਾ ਨਿੱਘਾਪਣ ਤੇ ਨਰਮ ਕੋਮਲ ਅਹਿਸਾਸ ਮਹਿਸੂਸ ਹੋ ਰਿਹਾ ਸੀ ਜੋ ਹਨੀ ਨੂੰ ਰੂਬੀ ਦੇ ਹੋਰ ਵੀ ਨਜ਼ਦੀਕ ਲੈ ਕੇ ਆ ਰਿਹਾ ਸੀ। ਹਨੀ ਨੇ ਰੂਬੀ ਨੂੰ ਬੈੱਡ ਤੇ ਲਿਟਾ ਲਿਆ ਤੇ ਉਸ ਦੇ ਉੱਪਰ ਲੇਟ ਕੇ ਹਨੀ ਦੇ ਬੁੱਲ ਤੇ ਜੀਭ ਰੂਬੀ ਦੇ ਅੰਗਾਂ ਦੇ ਰੋਮਾਂ 'ਚੋਂ ਰੂਬੀ ਦੀ ਭਖਦੀ ਜਵਾਨੀ ਦਾ ਰਸ ਪੀ ਰਹੇ ਸੀ। ਰੂਬੀ ਨੇ ਆਪਣਾ ਪੂਰਾ ਸਰੀਰ ਜਿਵੇਂ ਹਨੀ ਨੂੰ ਸੌਂਪ ਦਿੱਤਾ ਹੋਵੇ। ਰੂਬੀ ਦੀਆਂ ਬਾਹਾਂ ਵੀ ਹਨੀ ਨੂੰ ਆਪਣੇ ਨਾਲ ਬਾਰ-ਬਾਰ ਘੁੱਟ ਰਹੀਆਂ ਸਨ। ਰੂਬੀ ਨੂੰ ਆਪਣੇ ਕੁਆਰੇ ਸਰੀਰ ਵਿੱਚ ਇੱਕ ਕੋਸਾ ਗਿੱਲਾ ਜਿਹਾ ਤੇ ਇੱਕ ਅਜੀਬ ਜਿਹਾ ਸੁੱਕ ਮਹਿਸੂਸ ਹੋ ਰਿਹਾ ਸੀ। ਹਨੀ ਦੇ ਬੁੱਲ ਰੂਬੀ ਦੇ ਸਰੀਰ ਦਾ ਇੱਕ ਇੰਚ ਚੁੰਮਦੇ ਹੋਏ ਉਸ ਦੀ ਨਾਭੀ ਕੋਲ ਆ ਗਏ ਤੇ ਹੱਥ ਹਜੇ ਵੀ ਉਸ ਦੇ ਕੋਮਲ ਅੰਗਾਂ ਨਾਲ ਖੇਡ ਰਹੇ ਸੀ। ਰੂਬੀ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਹਨੀ ਨੇ ਉਸ ਦੇ ਸਰੀਰ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲਿਆ ਹੋਵੇ। ਉਹ ਵੀ ਜਿਵੇਂ ਹਨੀ ਵਿੱਚ ਸਮਾਉਣਾ ਚਾਹੁੰਦੀ ਹੋਵੇ। ਹੁਣ ਹਨੀ ਦੀਆਂ ਅੱਖਾਂ ਰੂਬੀ ਨੂੰ ਪੂਰੀ ਤਰ੍ਹਾਂ ਨੰਗੇਜ਼ ਦੇਖਣ ਨੂੰ ਕਾਲੀਆਂ ਪੈ ਰਹੀਆਂ ਸਨ। ਹਨੀ ਨੇ ਰੂਬੀ ਦੇ ਸਾਰੇ ਕੱਪੜੇ ਉਤਾਰ ਦਿੱਤੇ। ਰੂਮ ਲਾਈਟ ਵਿੱਚ ਰੂਬੀ ਦਾ ਪੂਰੀ ਤਰ੍ਹਾਂ ਨੰਗੇਜ਼ ਸਰੀਰ ਦੇਖ ਕੇ ਹਨੀ ਵੀ ਹੁਣ ਰੂਬੀ ਨਾਲ ਇੱਕਮਿਕ ਹੋਣ ਲਈ ਬਹੁਤ ਕਾਲਾ ਪੈ ਰਿਹਾ ਸੀ। ਹਨੀ ਦੇ ਹੱਥ ਰੂਬੀ ਦੇ ਸਰੀਰ ਦੇ ਹਰ ਹਿੱਸੇ ਉੱਪਰ ਇਸ ਤਰ੍ਹਾਂ ਘੁੰਮ ਰਹੇ ਸੀ ਜਿਵੇਂ ਉਹ ਹਰ ਹਿੱਸੇ ਤੇ ਮਸਾਜ ਕਰ ਰਿਹਾ ਹੋਵੇ ਤੇ ਉਸ ਦੇ ਹੱਥਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਰੂਬੀ ਦੇ ਸਰੀਰ ਦਾ ਹਰ ਹਿੱਸਾ ਮੱਖਣ ਤੋਂ ਵੀ ਜ਼ਿਆਦਾ ਨਰਮ ਤੇ ਕੋਮਲ ਹੋਵੇ। ਹਨੀ ਨੇ ਰੂਬੀ ਦੇ ਲੱਕ ਤੋਂ ਥੱਲੇ ਦੇਖਿਆ। ਹਨੀ ਨੂੰ ਰੂਬੀ ਦਾ ਗਿੱਲਾਪਨ ਸਾਫ਼ ਦਿਸ ਰਿਹਾ ਸੀ ਕਿ ਰੂਬੀ ਕਿੰਨਾ ਕਾਮੁਕ ਹੋ ਰਹੀ ਹੈ। ਰੂਬੀ ਬੈੱਡ ਤੇ ਲੇਟੀ ਹਨੀ ਦੀ ਅਗਲੀ ਹਰਕਤ ਦਾ ਇੰਤਜ਼ਾਰ ਕਰ ਰਹੀ ਸੀ। ਹੁਣ ਹਨੀ ਦੇ ਹੱਥ ਦੀ ਇੱਕ ਉਂਗਲੀ ਰੂਬੀ ਦੇ ਲੱਕ ਤੋਂ ਥੱਲੇ ਰੂਬੀ ਦੇ ਪਤਲੇ ਜਿਹੇ ਨਰਮ ਮਾਸ ਉੱਪਰ ਗੋਲ-ਗੋਲ ਘੁੰਮਣ ਲੱਗੀ। ਹਨੀ ਦੇ ਇਸ ਹਰਕਤ ਨੇ ਰੂਬੀ ਦੇ ਪੂਰੇ ਸਰੀਰ ਵਿੱਚ ਇੱਕ ਹਲਚਲ ਮਚਾ ਦਿੱਤੀ। ਉਸ ਦਾ ਪੂਰਾ ਸਰੀਰ ਉੱਪਰ ਨੂੰ ਉੱਠਣ ਲੱਗਾ। ਹੁਣ ਜਿੱਥੇ ਹਨੀ ਦੀ ਇੱਕ ਉਂਗਲੀ ਰੂਬੀ ਦੇ ਲੱਕ ਤੋਂ ਥੱਲੇ ਉਸ ਦੇ ਨਰਮ ਪਤਲੇ ਜਿਹੇ ਮਾਸ ਉੱਪਰ ਪੂਰੀ ਤੇਜ਼ੀ ਨਾਲ ਗੋਲ-ਗੋਲ ਘੁੰਮ ਰਹੀ ਸੀ, ਜੋ ਕਿ ਹਨੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇੱਕ ਔਰਤ ਦਾ ਲਵ ਬਟਨ ਜਿਸ ਨੂੰ ਟੱਚ ਕਰਨ ਤੇ ਜ਼ਿਆਦਾਤਰ ਹਰ ਔਰਤ ਸੈਕਸੁਅਲ ਤੌਰ ਤੇ ਉਤੇਜਿਤ ਹੋ ਜਾਂਦੀ ਹੈ, ਤੇ ਹਨੀ ਦਾ ਦੂਸਰਾ ਹੱਥ ਰੂਬੀ ਦੇ ਗਲੇ ਤੋਂ ਥੱਲੇ ਉਸ ਦੇ ਕੋਮਲ ਸਰੀਰ ਨਾਲ ਖੇਡ ਰਿਹਾ ਸੀ। 10 ਮਿੰਟ ਤੋਂ ਜ਼ਿਆਦਾ ਹੋ ਚੁੱਕੇ ਸੀ। ਹਨੀ ਦੀ ਉਂਗਲੀ ਰੂਬੀ ਦੇ ਪਤਲੇ ਜਿਹੇ ਮਾਸ ਉੱਪਰ ਪੂਰੀ ਤੇਜ਼ੀ ਨਾਲ ਗੋਲ-ਗੋਲ ਘੁੰਮ ਰਹੀ ਸੀ। ਰੂਬੀ ਨੂੰ ਇਸ ਨਾਲ ਇੱਕ ਬਹੁਤ ਅਲੱਗ ਜਿਹਾ ਅਹਿਸਾਸ ਹੋ ਰਿਹਾ ਸੀ ਜੋ ਉਸ ਨੂੰ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਇਹ ਅਲੱਗ ਜਿਹਾ ਅਹਿਸਾਸ ਵੱਧਦਾ ਹੀ ਜਾ ਰਿਹਾ ਸੀ ਤੇ ਇੰਨਾ ਜ਼ਿਆਦਾ ਵੱਧ ਗਿਆ ਕਿ ਰੂਬੀ ਦੇ ਦੋਵੇਂ ਹੱਥਾਂ ਨੇ ਬਹੁਤ ਜ਼ੋਰ ਨਾਲ ਹਨੀ ਦੇ ਇੱਕ ਹੱਥ ਦੇ ਗੁੱਟ ਨੂੰ ਘੁੱਟ ਲਿਆ। ਰੂਬੀ ਦੇ ਪੂਰੇ ਸਰੀਰ ਵਿੱਚ ਇੱਕ ਆਨੰਦ ਦੀ ਲਹਿਰ ਜਿਹੀ ਉੱਠੀ। ਨਾ ਚਾਹੁੰਦਿਆਂ ਹੋਇਆਂ ਵੀ ਉਸ ਦਾ ਲੱਕ ਉੱਪਰ ਨੂੰ ਉੱਠਣ ਲੱਗਾ ਤੇ ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣਾ ਔਰਗੇਜ਼ਮ ਫੀਲ ਕੀਤਾ ਜਿਸ ਨੇ ਰੂਬੀ ਨੂੰ ਚਰਮ ਸੁੱਖ ਦੇ ਸਿਖਰਾਂ ਦੇ ਅਹਿਸਾਸ ਤੱਕ ਪਹੁੰਚਾ ਦਿੱਤਾ। ਉਸ ਦਾ ਕੁਆਰਾ ਮਾਸ ਬਹੁਤ ਜ਼ਿਆਦਾ ਗਿੱਲਾ ਹੋ ਗਿਆ। ਇਹ ਸਭ ਤੋਂ ਬਾਅਦ ਹਨੀ ਬੈੱਡ ਤੇ ਹੀ ਖੜਾ ਹੋ ਗਿਆ ਤੇ ਉਸਨੇ ਵੀ ਆਪਣੇ ਕੱਪੜੇ ਉਤਾਰ ਦਿੱਤੇ। ਰੂਬੀ ਨੇ ਚੋਰੀ-ਚੋਰੀ ਹਨੀ ਵੱਲ ਦੇਖਿਆ ਤੇ ਉਸ ਨੂੰ ਉਹ ਦੇਖੀ ਹੋਈ ਪੋਰਨ ਮੂਵੀ ਯਾਦ ਆ ਗਈ। ਰੂਬੀ ਨੇ ਦੇਖਿਆ ਹਨੀ ਹੁਣ ਉਹਦੇ ਕੁਆਰੇਪਨ ਨੂੰ ਖਤਮ ਕਰਨ ਲਈ ਆਪਣੀ ਪੂਰੀ ਮਰਦਾਨਗੀ ਵਿੱਚ ਆ ਚੁੱਕਾ ਸੀ। ਹਨੀ ਬੈੱਡ ਤੇ ਆਪਣੀਆਂ ਗੋਡਿਆਂ ਭਾਰ ਬੈਠ ਗਿਆ। ਹਨੀ ਦੇ ਇੱਕ ਹੱਥ ਨੇ ਰੂਬੀ ਦੇ ਕੁਆਰੇ ਮਾਸ ਨੂੰ ਟੱਚ ਕੀਤਾ। ਰੂਬੀ ਦੇ ਸਾਹ ਬਹੁਤ ਤੇਜ਼ ਚੱਲਣ ਲੱਗੇ। ਹਨੀ ਨੇ ਆਪਣੇ ਲੱਕ ਦੇ ਹਿੱਸੇ ਨੂੰ ਰੂਬੀ ਦੇ ਕੁਆਰੇ ਮਾਸ ਦੇ ਬਿਲਕੁਲ ਨਜ਼ਦੀਕ ਕਰ ਲਿਆ। ਰੂਬੀ ਦੇ ਦਿਲ ਦੀ ਧੜਕਨ ਬਹੁਤ ਤੇਜ਼ ਹੋ ਗਈ ਤੇ ਸਰੀਰ ਵਿੱਚ ਇੱਕ ਮਾਮੂਲੀ ਜਿਹੀ ਕੰਬਣੀ ਮਹਿਸੂਸ ਹੋਣ ਲੱਗੀ। ਹਨੀ ਜਿਵੇਂ ਹੀ ਥੋੜਾ ਜਿਹਾ ਜ਼ੋਰ ਲਾਉਂਦਾ ਰੂਬੀ ਖਿਸਕ ਜਾਂਦੀ। ਹਨੀ ਨੇ 2 ਵਾਰ ਟਰਾਈ ਕੀਤਾ ਤੇ ਰੂਬੀ ਨੂੰ ਕਹਿਣ ਲੱਗਾ, ਕੋਈ ਗੱਲ ਨਹੀਂ, ਜੇ ਤੁਸੀਂ ਅਨਕੰਫਰਟੇਬਲ ਫੀਲ ਕਰ ਰਹੇ ਹੋ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਇਹ ਸਭ ਅੱਜ ਹੀ ਕਰਨਾ। ਰੂਬੀ ਨੇ ਹਨੀ ਨੂੰ ਜੱਫੀ ਪਾ ਲਈ ਤੇ ਹੌਲੀ ਜਿਹੇ ਕਿਹਾ, ਹਾਂ ਥੋੜਾ ਡਰ ਜਿਹਾ ਲੱਗ ਰਿਹਾ ਪਰ। ਰੂਬੀ ਦੇ ਮੂੰਹ 'ਚ ਪਰ ਸ਼ਬਦ ਸੁਣਦੇ ਹੀ ਹਨੀ ਰੂਬੀ ਦੇ ਉੱਪਰ ਹੀ ਲੇਟ ਗਿਆ ਤੇ ਫਿਰ ਰੂਬੀ ਦੇ ਹੇਠਲੇ ਬੁੱਲ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ ਰੂਬੀ ਦੇ ਗਲੇ ਤੋਂ ਥੱਲੇ ਚੁੰਮਣ ਲੱਗਾ। ਹਨੀ ਪੂਰੀ ਤਰ੍ਹਾਂ ਤਿਆਰ ਆਪਣੀ ਮਰਦਾਨਗੀ ਦੀ ਹਰਕਤ ਵਿੱਚ ਸੀ।
ਹਨੀ ਦੇ ਲੱਕ ਤੋਂ ਥੱਲੇ ਦਾ ਹਿੱਸਾ ਰੂਬੀ ਦੇ ਕੁਆਰੇ ਗਿੱਲੇ ਕੋਸੇ ਮਾਸ ਨਾਲ ਟੱਚ ਹੋ ਰਿਹਾ ਸੀ। ਹਨੀ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਹੌਲੀ ਜਿਹੇ ਉਸਨੇ ਥੋੜਾ ਜ਼ੋਰ ਲਾਇਆ। ਰੂਬੀ ਨੂੰ ਆਪਣੇ ਕੁਆਰੇ ਮਾਸ ਉੱਪਰ ਇੱਕ ਸਖਤ ਜਿਹਾ ਅਹਿਸਾਸ ਹੋਇਆ ਜੋ ਇੱਕ ਹਲਕਾ ਜਿਹਾ ਦਰਦ ਦਿੰਦਾ ਹੋਇਆ ਉਸਦੇ ਕੁਆਰੇਪਨ ਨੂੰ ਖਤਮ ਕਰਦਾ ਹੋਇਆ ਹਨੀ ਦੇ ਸਰੀਰ ਨਾਲ ਇੱਕਮਿਕ ਹੋ ਗਿਆ। ਹਨੀ ਦੇ ਸਾਹਾਂ ਦੀ ਆਵਾਜ਼ ਪੂਰੇ ਰੂਮ ਵਿੱਚ ਗੂੰਜਣ ਲੱਗੀ। ਰੂਬੀ ਦੇ ਸਾਹ ਵੀ ਹੁਣ ਹਨੀ ਦੇ ਸਾਹਾਂ ਦੀ ਆਵਾਜ਼ ਨਾਲ ਉਵੇਂ ਹੀ ਜ਼ੋਰ ਨਾਲ ਰੂਮ ਵਿੱਚ ਗੂੰਜਣ ਲੱਗੇ। ਰੂਬੀ ਦੇ ਹੱਥ ਹਨੀ ਦੀ ਪਿੱਠ ਨੂੰ ਬਾਰ-ਬਾਰ ਘੁੱਟ ਰਹੇ ਸੀ। ਹਨੀ ਨੇ ਫਿਰ ਰੂਬੀ ਨੂੰ ਪੁੱਛਿਆ, ਤੁਸੀਂ ਠੀਕ ਹੋ? ਕੋਈ ਅਨਕੰਫਰਟੇਬਲ ਫੀਲਿੰਗ ਤਾਂ ਨਹੀਂ? ਰੂਬੀ ਨੇ ਸ਼ਰਮੀਲੀ ਜਿਹੀ ਮੁਸਕਰਾਹਟ ਨਾਲ ਥੋੜਾ ਜਿਹਾ ਸਿਰ ਹਿਲਾ ਕੇ ਕਿਹਾ, ਨਹੀਂ ਠੀਕ ਆ। ਇਹ ਸੁਣ ਕੇ ਹਨੀ ਦੇ ਸਾਹ ਹੋਰ ਤੇਜ਼ ਚੱਲਣ ਲੱਗੇ। 10 ਮਿੰਟ ਤੋਂ ਜ਼ਿਆਦਾ ਹੋ ਚੁੱਕੇ ਸੀ। ਹਨੀ ਵੀ ਹੁਣ ਆਪਣੇ ਚਰਮ ਸੁੱਖ ਤੇ ਨਜ਼ਦੀਕ ਪਹੁੰਚਣ ਲਈ ਕਾਲਾ ਪੈ ਰਿਹਾ ਸੀ। ਉਸਦੇ ਹੱਥ ਰੂਬੀ ਦੇ ਗਲੇ ਤੋਂ ਥੱਲੇ ਦੇ ਹਿੱਸੇ ਨਾਲ ਖੇਡ ਰਹੇ ਸੀ ਤੇ ਉਹ ਇੱਕਦਮ ਰੁਕ ਗਿਆ। ਉਸਨੇ ਰੂਬੀ ਦੇ ਮੋਢਿਆਂ ਨੂੰ ਘੁੱਟ ਕੇ ਫੜ ਲਿਆ। ਰੂਬੀ ਨੂੰ ਆਪਣੇ ਅੰਦਰ ਇੱਕ ਅਜੀਬ ਜਿਹੀ ਹਰਕਤ ਮਹਿਸੂਸ ਹੋਈ ਤੇ ਹਨੀ ਹੁਣ ਰੁਕ ਗਿਆ। ਹਨੀ ਨੇ ਵੀ ਆਪਣੇ ਚਰਮ ਸੁੱਖ ਦੇ ਆਖਰੀ ਪਲਾਂ ਦਾ ਆਨੰਦ ਲਿਆ ਤੇ ਹਨੀ ਨੇ ਰੂਬੀ ਦੇ ਨਾਲ ਹੀ ਉਸ ਨੂੰ ਜੱਫੀ ਪਾ ਕੇ ਲੇਟ ਗਿਆ। ਇੰਗਲੈਂਡ ਦੇ ਠੰਡੇ ਮੌਸਮ ਵਿੱਚ ਵੀ ਦੋਵਾਂ ਦੇ ਸਰੀਰ ਪਸੀਨੇ ਨਾਲ ਭਿੱਜੇ ਪਏ ਸੀ। ਹਨੀ ਨੇ ਰੂਬੀ ਦੇ ਚਿੱਕ ਤੇ ਕਿਸ ਕੀਤਾ ਤੇ ਲਗਾਤਾਰ ਰੂਬੀ ਨੂੰ ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ ਕਹਿਣ ਲੱਗ ਪਿਆ। ਰੂਬੀ ਨੇ ਹਨੀ ਨੂੰ ਫਿਰ ਘੁੱਟ ਕੇ ਜੱਫੀ ਪਾ ਲਈ। ਹਨੀ ਕੁਝ ਹੀ ਪਲਾਂ ਵਿੱਚ ਫਿਰ ਉਹ ਸਭ ਕੁਝ ਕਰਨ ਲਈ ਤਿਆਰ ਹੋ ਗਿਆ। ਉਸ ਦੀ ਮਰਦਾਨਗੀ ਫਿਰ ਰੂਬੀ ਨੂੰ ਆਪਣੇ ਨਾਲ ਇੱਕਮਿਕ ਕਰਨ ਲਈ ਕਾਲੀ ਪੈ ਰਹੀ ਸੀ। ਰੂਬੀ ਵੀ ਹੁਣ ਫਿਰ ਦੁਬਾਰਾ ਤਿਆਰ ਸੀ। ਜਿੱਥੇ ਸੁਹਾਗ ਰਾਤ ਨੂੰ ਰੂਬੀ ਤੇ ਹਨੀ ਦੇ ਸਰੀਰਾਂ ਦੇ ਮੇਲ ਹੋਏ, ਉਹਨਾਂ ਦੋਵਾਂ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਇੱਕ ਦੂਜੇ ਨਾਲ ਰੱਜ ਕੇ ਕੀਤੀਆਂ। ਕੁਝ ਦਿਨਾਂ ਬਾਅਦ ਰੂਬੀ ਤੇ ਹਨੀ ਰੂਬੀ ਦੇ ਘਰ ਸ਼ਿਫਟ ਹੋ ਗਏ ਤੇ ਰੂਬੀ ਦੇ ਮਾਂ-ਬਾਪ ਤੇ ਛੋਟਾ ਭਰਾ ਵੀ ਕੁਝ ਕੁ ਦਿਨਾਂ ਬਾਅਦ ਇੰਡੀਆ ਵਾਪਸ ਚਲੇ ਗਏ। ਰੂਬੀ ਦੀ ਚੰਗੀ ਕਿਸਮਤ, ਉਸ ਨੂੰ ਅਗਲੇ ਮਹੀਨੇ ਪੀਰੀਅਡਸ ਨਹੀਂ ਆਏ। ਉਹ ਪ੍ਰੈਗਨੈਂਟ ਹੋ ਗਈ। ਉਹਦੇ ਘਰ ਵਿੱਚ ਇੱਕ ਬੇਟੀ ਦਾ ਜਨਮ ਹੋਇਆ। ਉਸ ਦੀ ਜ਼ਿੰਦਗੀ ਦਾ ਹਰ ਪਲ ਖੁਸ਼ੀਆਂ ਨਾਲ ਭਰਿਆ ਹੋਇਆ ਸੀ। ਵਿਆਹ ਦੇ ਬਹੁਤ ਸਾਲ ਬੀਤ ਚੁੱਕੇ ਸਨ। ਬੇਟੀ ਵੀ ਹੁਣ ਵੱਡੀ ਹੋ ਗਈ ਸੀ, ਪਰ ਉਸ ਦੇ ਪਤੀ ਹਨੀ ਦਾ ਪਿਆਰ ਰੂਬੀ ਲਈ ਹਰ ਪਲ ਹਰ ਦਿਨ ਵੱਧਦਾ ਹੀ ਰਹਿੰਦਾ ਸੀ। ਰੂਬੀ ਇੰਗਲੈਂਡ ਵਿੱਚ ਸੱਚੀ ਮਹਾਰਾਣੀ ਵਰਗੀ ਜ਼ਿੰਦਗੀ ਬਤੀਤ ਕਰ ਰਹੀ ਸੀ। ਦਾ ਐਂਡ। ਦੋਸਤੋ, ਮੈਂ ਇੱਕ ਕੁੜੀ ਹੋ ਕੇ ਇਹ ਕਹਾਣੀ ਲਿਖੀ। ਸ਼ਾਇਦ ਮੇਰੇ ਬਾਰੇ ਬਹੁਤ ਪੜ੍ਹਨ ਵਾਲੇ ਨੈਗੇਟਿਵ ਵੀ ਸੋਚਣ, ਪਰ ਆਈ ਥਿੰਕ ਇਹ ਸੱਚੀ ਵੀ ਹੁੰਦਾ ਹਨਾ। ਚਲੋ ਛੱਡੋ। ਹੁਣ ਜੇ ਇਸ ਕਹਾਣੀ ਦੀ ਮੋਟਿਵ ਦੀ ਗੱਲ ਕਰੀਏ ਤਾਂ ਬਹੁਤੇ ਪੜ੍ਹਨ ਵਾਲਿਆਂ ਨੂੰ ਕਹਾਣੀ ਕਾਮੁਕ ਵੀ ਲੱਗੀ ਹੋਣੀ, ਪਰ ਇਹ ਕਾਮੁਕ ਪਲ ਇੱਕ ਪਾਰਟ ਸੀ ਜਿਨ੍ਹਾਂ ਤੋਂ ਬਿਨਾਂ ਕਹਾਣੀ ਆਪਣੇ ਮੋਟਿਵ ਤੱਕ ਪਹੁੰਚ ਹੀ ਨਹੀਂ ਸਕਦੀ ਸੀ, ਹਨਾ ਦੋਸਤੋ। ਸਿਚੁਏਸ਼ਨ ਚਾਹੇ ਜਿੰਨੀ ਮਰਜ਼ੀ ਖਰਾਬ ਹੋਵੇ, ਪਰ ਆਪਣੇ ਕਰੈਕਟਰ ਚਰਿੱਤਰ ਨੂੰ ਕਦੀ ਵੀ ਡਿੱਗਣ ਨਾ ਦੇਵੋ। ਸੋਚ ਕੇ ਦੇਖੋ, ਜੇ ਰੂਬੀ ਆਪਣੀ ਪਹਿਲੀ ਸੱਸ ਦੀ ਗੱਲ ਮੰਨ ਕੇ ਕੁਝ ਕੁ ਪਲਾਂ ਦੇ ਸੈਕਸੁਅਲ ਸੁੱਖ ਲਈ ਆਪਣਾ ਕਰੈਕਟਰ ਚਰਿੱਤਰ ਡੇਗ ਦਿੰਦੀ ਤਾਂ ਪੱਕਾ ਉਸਦੀ ਸਾਰੀ ਉਮਰ ਨਰਕ ਵਾਂਗ ਹੀ ਗੁਜ਼ਰਦੀ। ਵਿਆਹ ਤੋਂ ਬਾਅਦ ਐਕਸਟਰਾ ਮਾਰਸ਼ਲ ਅਫੇਅਰ ਜਾਂ ਕਿਸੇ ਹੋਰ ਨਾਲ ਸੈਕਸ ਦਾ ਅੰਤ ਸਿਰਫ ਤੇ ਸਿਰਫ ਬਰਬਾਦੀ ਹੀ ਹੁੰਦੀ। ਤੁਸੀਂ ਚਾਹੇ ਉਸ ਨੂੰ ਕਵਰ ਕਰਨ ਲਈ ਕੋਈ ਵੀ ਬਹਾਨਾ ਬਣਾ ਲਵੋ। ਕਈ ਵਾਰ ਵਿਆਹਿਆ ਬੰਦਾ ਸੋਚਦਾ ਕੋਈ ਨਾ ਬਾਹਰ ਵੀ ਮਜ਼ੇ ਲਓ, ਪਰ ਜਿਹਦੇ ਨਾਲ ਉਹ ਮਜ਼ੇ ਲੈ ਰਿਹਾ ਹੁੰਦਾ ਉਹ ਜਨਾਨੀ ਵੀ ਬੰਦੇ ਨਾਲ ਇਮੋਸ਼ਨਲੀ ਇਨ ਟੱਚ ਹੋ ਜਾਂਦੀ ਆ। ਵਿਆਹੀ ਜਨਾਨੀ ਸੋਚਦੀ ਬਾਹਰ ਹੋਰ ਬੰਦੇ ਨਾਲ ਮਜ਼ੇ ਲਓ ਤੇ ਉਹ ਬੰਦਾ ਹੀ ਵਿਆਹੀ ਜਨਾਨੀ ਨਾਲ ਇਮੋਸ਼ਨਲੀ ਇਨ ਟੱਚ ਹੋ ਜਾਂਦਾ। ਫਿਰ ਉਹ ਇੱਕ ਦੂਜੇ ਲਈ ਸਿਰਫ ਤੇ ਸਿਰਫ ਮੁਸੀਬਤਾਂ ਹੀ ਖੜੀਆਂ ਕਰਦੇ ਨੇ, ਇੱਕ ਦੂਜੇ ਦਾ ਘਰ ਬਰਬਾਦ ਕਰਨ ਵਿੱਚ। ਇਹ ਕਦੇ ਨਾ ਸੋਚੋ ਕਿ ਜੇ ਉਹ ਇਹ ਕਰ ਰਿਹਾ ਜਾਂ ਕਰ ਰਹੀ ਤਾਂ ਮੈਂ ਵੀ ਉਸ ਨੂੰ ਸਬਕ ਸਿਖਾਉਣ ਲਈ ਐਕਸਟਰਾ ਮਾਰਸ਼ਲ ਅਫੇਅਰ ਵਿੱਚ ਪੈ ਜਾਵਾਂ। ਤੁਸੀਂ ਸਹੀ ਹੋ ਤਾਂ ਸਹੀ ਹੀ ਰਹੋ, ਕਿਉਂਕਿ ਰਾਤ ਜਿੰਨੀ ਮਰਜ਼ੀ ਕਾਲੀ ਤੇ ਹਨੇਰੇ ਭਰੀ ਹੋਵੇ, ਸੂਰਜ ਦਾ ਅਗਲੇ ਦਿਨ ਰੋਸ਼ਨੀ ਕਰਨਾ ਤੈਅ ਹੈ। ਅੰਤ ਨੂੰ ਜੀਤ ਸੱਚ ਦੀ ਹੀ ਹੁੰਦੀ ਹੈ, ਕਿਉਂਕਿ ਇਹ ਕੈਮਰਾ, ਇੰਟਰਨੈੱਟ, ਮੋਬਾਈਲ ਦਾ ਯੁੱਗ ਹੈ। ਤੁਸੀਂ ਗਲਤ ਹੋ ਤਾਂ ਛੇਤੀ ਫੜੇ ਜਾਓਗੇ, ਸਬੂਤਾਂ ਸਮੇਤ। ਇਸ ਲਈ ਵਿਆਹ ਤੋਂ ਬਾਅਦ ਇੱਕ ਦੂਜੇ ਲਈ ਹਮੇਸ਼ਾ ਵਫਾਦਾਰ ਰਹੋ। ਬਾਕੀ ਮੇਰੀਆਂ ਗੱਲਾਂ ਨੇ ਜੇ ਕਿਸੇ ਦਾ ਦਿਲ ਦੁਖਾਇਆ ਹੋਵੇ, ਉਹਦੇ ਲਈ ਹੱਥ ਜੋੜ ਕੇ ਮਾफ़ੀ ਮੰਗਦੀ ਹਾਂ। ਸਾਰੇ ਦੁੱਖ ਰੱਬ ਮੇਰੀ ਝੋਲੀ ਪਾਵੇ। ਖੁਸ਼ ਰਹੋ, ਆਬਾਦ ਰਹੋ। ਇਹ ਕਹਾਣੀ ਇੱਕ ਭੈਣ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਰੇਨੂਕਾ ਹੈ। ਤੇ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ।
ਮਿਲਦੇ ਹਾਂ ਗਾਇਜ਼ ਅਗਲੀ ਸਟੋਰੀ 'ਚ। ਧੰਨਵਾਦ।